ਡੀਅਰ ਸਟੂਡੈਂਟ, ਲਾਸਟ ਲੈਕਚਰ ਦੇ ਵਿੱਚ ਅਸੀਂ ਟੋਟਲ ਇੰਟਰਨਲ ਰਿਫਲੈਕਸ਼ਨ ਬਾਰੇ ਅਸੀਂ ਡਿਸਕਸ ਕੀਤਾ ਕਿ ਟੋਟਲ ਇੰਟਰਨਲ ਰਿਫਲੈਕਸ਼ਨ ਕਦੋਂ ਹੁੰਦੀ ਹੈ, ਉਹਦੀਆਂ ਕੰਡੀਸ਼ਨਸ ਕੀ ਨੇ ਤੇ ਟੋਟਲ ਇੰਟਰਨਲ ਦੀ ਜਿਹੜੀ ਰਿਫਲੈਕਸ਼ਨ ਦੀ ਡੈਫੀਨੇਸ਼ਨ ਕੀ ਹੈ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਟੋਟਲ ਇੰਟਰਨਲ ਰਿਫਲੈਕਸ਼ਨਸ ਦੀਆਂ ਕੁਝ ਡੇਲੀ ਲਾਈਫ ਦੇ ਵਿੱਚੋਂ ਉਹਦੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸਭ ਨਾਲੋਂ ਪਹਿਲਾਂ ਅਸੀਂ ਥੋੜਾ ਜਿਹਾ ਰਿਵਾਈਜ਼ ਕਰ ਲਈਏ ਕਿ ਟੋਟਲ ਇੰਟਰਨਲ ਰਿਫਲੈਕਸ਼ਨ ਤਾਂ ਹੁੰਦੀ ਹੈ ਜੇਕਰ ਐਂਗਲ ਆਫ ਇਨਸੀਡੈਂਸ ਜਿਹੜਾ ਡੈਂਸਰ ਮੀਡੀਅਮ 'ਚ ਬਣਦਾ ਹੈ ਉਹ ਗ੍ਰੇਟਰ ਹੋਵੇ। ਕਿਹਦੇ ਨਾਲੋਂ ਗ੍ਰੇਟਰ ਹੋਵੇ? ਕ੍ਰਿਟੀਕਲ ਐਂਗਲ ਦੇ ਨਾਲੋਂ ਜਿਹੜਾ ਹੈ ਉਹ ਗ੍ਰੇਟਰ ਹੋਣਾ ਚਾਹੀਦਾ ਹੈ। ਦੂਸਰਾ, ऑब्जेक्ट शुड बी इन द डेंसर मीडियम। ਜਿਹੜੀ ऑब्जेक्ट है वो डेंसर मीडियम च होनी चाहिए है। कहने का मतलब रिफ्रैक्शन शुड टेक्स प्लेस फ्रॉम डेंसर टू रेयर मीडियम। ਇਹ ਦੋ ਗੱਲਾਂ ਤੁਸੀਂ ਆਪਣੇ ਮਾਈਂਡ 'ਚ ਰੱਖੋਗੇ ਤਾਂ ਅਸੀਂ ਅੱਜ ਦੀਆਂ ਜਿਹੜੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਆਪਾਂ ਡਿਸਕਸ ਕਰ ਸਕਦੇ ਹਾਂ। ਜਿਹੜੀਆਂ ਦੋ ਕੰਡੀਸ਼ਨਸ ਨੇ, एंगल ऑफ इंसीडेंस क्रिटिकल एंगल तो जे ज़्यादा हो गया फिर साड़ी जी है टोटल इंटरनल रिफ्लैक्शन होएगी। दूसरी गल जी रिफ्रैक्शन होएगी डेंसर टू रेयर। लाइट विल कम फ्रॉम डेंसर ते जाएगी किधर? रेयर ते नॉर्मल तो अवे बेंड होंदी जाएगी। हाँ जी बेटा, क्लीयर है। मैं कल के लैक्चर दे विच तुहानू डिटेल दे विच जिहड़ा है वो तुहानू समझा चुका है। आओ असी पहली एप्लीकेशन जिहड़ी है टोटल इंटरनल रिफ्लैक्शन दी ਉਹਦੇ ਬਾਰੇ ਅਸੀਂ ਡਿਸਕਸ ਕਰਦੇ ਹਾਂ। ਨਾਓ ਦ ਫਸਟ ਐਪਲੀਕੇਸ਼ਨ ਆਫ ਟੋਟਲ ਇੰਟਰਨਲ ਰਿਫਲੈਕਸ਼ਨ ਇਜ਼ ਦਾ ਮਿਰਾਜ। MIRAGE, ਮਿਰਾਜ। ਇਹਨੂੰ ਅਸੀਂ ਪੰਜਾਬੀ ਦੇ ਵਿੱਚ ਮ੍ਰਿਗ ਤ੍ਰਿਸ਼ਨਾ ਜਿਹੜਾ ਵੀ ਕਹਿੰਦੇ ਆ, ਮ੍ਰਿਗ ਹਿਰਨ ਤੇ ਤ੍ਰਿਸ਼ਨਾ ਜਿਵੇਂ ਉਹਨੂੰ ਮਤਲਬ ਪਾਣੀ ਦੀ ਜਿਹੜੀ ਹੈ ਤ੍ਰਿਸ਼ਨਾ, ਉਹਨੂੰ ਪਿਆਸ ਲੱਗੀ ਹੈ, ਮ੍ਰਿਗ ਤ੍ਰਿਸ਼ਨਾ ਵੀ ਕਿਹਾ ਜਾਂਦਾ ਹੈ, ਮਿਰਾਜ ਵੀ ਇਸ ਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ। ਨਾਓ ਵਾਟ ਇਜ਼ ਦਿਸ ਫਿਨੋਮੀਨਾ, ਵਾਟ ਇਜ਼ ਮਿਰਾਜ? ਆਓ ਇਹਦੇ ਬਾਰੇ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ। ਬੇਟਾ ਹੁੰਦਾ ਕੀ ਹੈ, ਗਰਮੀਆਂ ਦੇ ਵਿੱਚ ਮਤਲਬ ਹੌਟ ਸਮਰ ਡੇਜ਼ ਦੇ ਵਿੱਚ ਜਿਹੜਾ ਸਾਡਾ ਡੈਜ਼ਰਟਸ ਵਾਲੇ ਇਲਾਕੇ ਨੇ, ਰੇਗਿਸਤਾਨ ਜਿੱਥੇ ਮਿੱਟੀ ਮਿੱਟੀ ਹੁੰਦੀ ਹੈ, ਡੈਜ਼ਰਟਸ ਏਰੀਏ ਦੇ ਵਿੱਚ ਹੌਟ ਸਮਰ ਡੇ ਦੇ ਵਿੱਚ ਹੁੰਦਾ ਕੀ ਹੈ, ਗਰਮੀ ਜ਼ਿਆਦਾ ਹੋਣ ਕਰਕੇ ਜਿਹੜੀ ਅਰਥ ਦਾ ਸਰਫੇਸ ਹੈ ਉਹ ਜ਼ਿਆਦਾ ਗਰਮ ਹੋ ਜਾਂਦਾ ਹੈ। ਗਰਮੀਆਂ ਦੇ ਵਿੱਚ ਰੇਗਿਸਤਾਨ ਦੇ ਇਲਾਕੇ ਦੇ ਵਿੱਚ ਜਿਹੜਾ ਗਰਾਊਂਡ ਲੈਵਲ ਹੈ, ਗਰਾਊਂਡ ਜਿਹੜੀ ਹੈ ਜ਼ਿਆਦਾ ਗਰਮ ਹੋ ਜਾਂਦੀ ਹੈ। ਸਮਰ ਦੀ ਗੱਲ ਕਰ ਰਹੇ ਹਾਂ, ਕਲੀਅਰ। ਜਦੋਂ ਗਰਾਊਂਡ ਗਰਮ ਹੋ ਗਈ ਤੇ ਗਰਾਊਂਡ ਦੇ ਲਾਗੇ ਲਾਗੇ ਜਿਹੜੀ ਬੇਟਾ ਏਅਰ ਹੈਗੀ ਹੈ ਉਹ ਵੀ ਗਰਮ ਹੋ ਜਾਂਦੀ ਹੈ, ਕਿਉਂਕਿ ਜਿਹੜੀ ਏਅਰ ਦਾ ਕੰਟੈਕਟ ਗਰਾਊਂਡ ਦੇ ਨਾਲ ਹੋਏਗਾ ਉਹ ਵੀ ਜਿਹੜੀ ਏਅਰ ਹੈ ਉਹ ਗਰਮ ਹੋ ਜਾਂਦੀ ਹੈ। ਹਾਂਜੀ ਬੇਟਾ, ਕਲੀਅਰ। ਤੇ ਜਦੋਂ ਏਅਰ ਗਰਮ ਹੁੰਦੀ ਹੈ ਤੇ ਸਾਨੂੰ ਪਤਾ ਏਅਰ ਜਿਹੜੀ ਹੈ ਉਹ ਲਾਈਟ ਹੋ ਜਾਂਦੀ ਹੈ, ਹਲਕੀ ਹੋ ਜਾਂਦੀ ਹੈ। ਦੈਨ ਦੈਟ ਏਅਰ ਵਿਲ ਰਾਈਜ਼ ਅਪ। ਉਹ ਏਅਰ ਜਿਹੜੀ ਹੈ ਉੱਪਰ ਨੂੰ ਉੱਠਦੀ ਹੈ। ਇਹਦਾ ਮਤਲਬ ਥੱਲੋਂ ਜਿਹੜੀ ਏਅਰ ਹੈ ਉੱਪਰ ਜਾਣੀ ਸ਼ੁਰੂ ਹੋ ਜਾਂਦੀ ਹੈ। ਇਹਦਾ ਮਤਲਬ ਜਿਹੜਾ ਗਰਾਊਂਡ ਦੇ ਲਾਗੇ ਲਾਗੇ ਏਅਰ ਹਲਕੀ ਹੋ ਗਈ, ਉਹ ਉੱਪਰ ਉੱਠ ਗਈ। ਇਹਦੇ ਬਾਅਦ ਥੱਲੇ ਜਿਹੜੀ ਹੈ ਏਅਰ ਦੀ ਡੈਂਸਿਟੀ ਘਟ ਗਈ ਤੇ ਥੋੜਾ ਜਿਹਾ ਉੱਪਰ ਜਾਈਏ ਫਿਊ ਮੀਟਰ ਤੇ ਉੱਥੇ ਏਅਰ ਦੀ ਡੈਂਸਿਟੀ ਜਿਹੜੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ। ਹਾਂਜੀ ਬੇਟਾ, ਕਲੀਅਰ ਹੋ ਰਿਹਾ। ਗਰਮੀਆਂ ਦੇ ਵਿੱਚ ਡੈਜ਼ਰਟਸ ਏਰੀਆ ਦੇ ਵਿੱਚ ਹਾਈ ਟੈਂਪਰੇਚਰ ਕਰਕੇ ਗਰਾਊਂਡ ਦਾ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਉੱਥੇ ਜਿਹੜੀ ਏਅਰ ਹੈ ਗਰਮ ਹੋ ਜਾਂਦੀ ਹੈ, ਲਾਈਟ ਹੋ ਜਾਂਦੀ ਹੈ, ਉਹ ਏਅਰ ਉੱਪਰ ਉੱਠ ਜਾਂਦੀ ਹੈ ਤੇ ਥੱਲੇ ਏਅਰ ਦੀ ਡੈਂਸਿਟੀ ਘਟ ਗਈ ਤੇ ਉੱਪਰ ਜਿਹੜੀ ਹੈ ਉਹ ਏਅਰ ਦੀ ਡੈਂਸਿਟੀ ਜਿਹੜੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ। ਵੈਸੇ ਹੁੰਦਾ ਕੀ ਹੈ, ਆਮ ਅਸੀਂ ਆਪਣੇ ਇੱਥੇ ਦੇ ਇਲਾਕੇ 'ਚ ਵੇਖਦੇ ਹਾਂ ਥੱਲੇ ਏਅਰ ਦੀ ਡੈਂਸਿਟੀ ਜ਼ਿਆਦਾ ਹੈ, ਜਿਉਂ-ਜਿਉਂ ਅਸੀਂ ਹਾਈਟ ਤੇ ਜਾਂਦੇ ਹਾਂ ਨਾ ਏਅਰ ਦੀ ਡੈਂਸਿਟੀ ਘਟਦੀ ਜਾਂਦੀ ਹੈ। ਪਰ ਗਰਮੀਆਂ ਦੇ ਵਿੱਚ ਡੈਜ਼ਰਟ ਏਰੀਆ ਵਿੱਚ ਬੇਟਾ ਇਹ ਉਲਟ ਹੋ ਗਿਆ, ਥੱਲੇ ਡੈਂਸਿਟੀ ਘਟ ਗਈ, ਏਅਰ ਤਾਂ ਉੱਠ ਗਈ, ਉੱਪਰ ਜਿਹੜੀ ਹੈ ਏਅਰ ਦੀ ਡੈਂਸਿਟੀ ਜਿਹੜੀ ਹੈ ਬੇਟਾ ਉਹ ਜ਼ਿਆਦਾ ਹੋ ਜਾਂਦੀ ਹੈ। ਹਾਂਜੀ ਬੇਟਾ, ਕਲੀਅਰ। ਇਹ ਪ੍ਰੋਬਲਮ ਆ ਗਈ ਡੈਜ਼ਰਟਸ ਏਰੀਆ ਦੇ ਵਿੱਚ। ਹੁੰਦਾ ਕੀ ਹੈ,
ਕਿ ਕਈ ਵਾਰੀ ਅਸੀਂ ਜਾਣਦੇ ਹਾਂ ਕਿ ਵੀ ਡੈਜ਼ਰਟਸ ਏਰੀਆ ਦੇ ਵਿੱਚ ਇਸ ਪ੍ਰੋਬਲਮ ਕਰਕੇ ਕੀ ਹੁੰਦਾ ਹੈ ਕਿ ਸਾਨੂੰ ਇੱਕ ਜਿਵੇਂ ਦੂਰ ਇੱਕ ਪੇੜ ਲੱਗਾ ਹੈ, ਟਰੀ ਹੈ, ਬਹੁਤ ਦੂਰ ਅਸੀਂ ਇੱਕ ਟਰੀ ਦੇਖ ਰਹੇ ਹਾਂ, ਉਹਦਾ ਇਨਵਰਟਿਡ ਇਮੇਜ, ਜਿਹੜਾ ਟਰੀ ਬਣਾਇਆ ਨਾ ਉਹਦਾ ਇਨਵਰਟਿਡ ਇਮੇਜ, ਪੁੱਠਾ ਇਮੇਜ ਜਿਹੜਾ ਹੈ ਉਹ ਰੇਤਾ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਬੇਟਾ। ਰੇਤਾ ਦੇ ਵਿੱਚ ਸਾਨੂੰ ਪੁੱਠਾ ਟਰੀ ਜਿਹੜਾ ਹੈ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਸ ਤਰ੍ਹਾਂ ਕਿ ਇਹ ਟਰੀ ਜਿਹੜਾ ਹੈ ਮੰਨ ਲਓ ਕਿਸੇ ਰੀਵਰ ਦੇ ਕੰਢੇ ਤੇ ਬਣਿਆ ਹੋਵੇ। ਜਿਸ ਤਰ੍ਹਾਂ ਅਸੀਂ ਰੀਵਰ ਦੇ ਕੰਢੇ ਤੇ ਮੰਨ ਲਓ ਗਏ ਆ, ਉੱਥੇ ਪੇੜ ਉੱਗੇ ਨੇ ਤੇ ਤੁਸੀਂ ਦੇਖੋਗੇ ਪਾਣੀ ਦੇ ਵਿੱਚ ਤੁਹਾਨੂੰ ਪੁੱਠਾ ਜਿਹੜਾ ਹੈ ਉਹ ਟਰੀ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਦਾ ਸੇਮ ਸਾਨੂੰ ਟਰੀ ਜਿਹੜਾ ਹੈ ਗਰਮੀਆਂ ਦੇ ਵਿੱਚ ਡੈਜ਼ਰਟਸ ਏਰੀਏ ਦੇ ਵਿੱਚ ਰੇਤ ਦੇ ਵਿੱਚ ਸੈਂਡ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਦੂਰੋਂ ਦੇਖਦੇ ਹਾਂ ਵੀ ਟਰੀ ਤੇ ਪੁੱਠਾ ਨਜ਼ਰ ਆ ਰਿਹਾ, ਇਹਦਾ ਮਤਲਬ ਹੈ ਕਿ ਉੱਥੇ ਜਿਹੜਾ ਹੈ ਪਾਣੀ ਹੋਏਗਾ। ਸਾਨੂੰ ਇਹ ਭੁਲੇਖਾ ਪੈ ਜਾਂਦਾ ਹੈ। ਇਸ ਭੁਲੇਖੇ ਨੂੰ, ਇਹ ਲਾਈਟ ਦਾ ਜਿਹੜਾ ਇਲੂਜ਼ਨ ਹੈ, ਇਸ ਨੂੰ ਅਸੀਂ ਬੋਲਦੇ ਹਾਂ ਮਿਰਾਜ। ਦਿਸ ਇਜ਼ ਕਾਲਡ ਮਿਰਾਜ। ਇੱਕ ਭੁਲੇਖਾ ਹੈ, ਇੱਕ ਲਾਈਟ ਦੀ ਜਿਹੜੀ ਹੈ ਇਲੂਜ਼ਨ ਹੈ, ਇੱਕ ਲਾਈਟ ਦੀ ਇੱਕ ਫਿਨੋਮੀਨਾ ਹੈ ਜਿਹਦੇ ਵਿੱਚ ਸਾਨੂੰ ਇੱਕ ਇਨਵਰਟਿਡ ਇਮੇਜ, ਪੁੱਠਾ, ਇਨਵਰਟਿਡ ਮੈਨੇ ਪੁੱਠਾ, ਇਨਵਰਟਿਡ ਇਮੇਜ ਸਾਨੂੰ ਜਿਹੜਾ ਹੈ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਕਿਹਦੇ ਵਿੱਚ ਨਜ਼ਰ ਆਉਂਦਾ ਹੈ? ਸੈਂਡ ਦੇ ਵਿੱਚ। ਉਸ ਤਰ੍ਹਾਂ ਦਾ ਨਜ਼ਰ ਆਏਗਾ ਜਿਸ ਤਰ੍ਹਾਂ ਦਾ ਸਾਨੂੰ ਪਾਣੀ ਵਿੱਚ ਨਜ਼ਰ ਆਉਂਦਾ ਹੈ, ਤੇ ਸਾਨੂੰ ਇੱਕ ਭੁਲੇਖਾ ਪੈ ਜਾਂਦਾ ਹੈ। ਸਾਨੂੰ ਲੱਗਦਾ ਕਿ ਉੱਥੇ ਜਿਹੜਾ ਹੈਗਾ ਪਾਣੀ ਹੈ। ਅਸੀਂ ਜਦੋਂ ਲਾਗੇ ਜਾ ਕੇ ਦੇਖਦੇ ਹਾਂ ਤੇ ਉੱਥੇ ਸਾਡੇ ਕੋਲ ਜਿਹੜਾ ਹੈ ਪਾਣੀ ਤੇ ਹੁੰਦਾ ਹੀ ਨਹੀਂ, ਉੱਥੇ ਜਿਹੜੀ ਹੈ ਜਸਟ ਜਿਹੜੀ ਹੈ ਰੇਤ ਹੁੰਦੀ ਹੈ। ਇਸ ਤਰ੍ਹਾਂ ਹੀਰਨ ਨੂੰ ਮੰਨ ਲਓ ਪਿਆਸ ਲੱਗੀ ਹੈ ਤੇ ਉਹ ਹੀਰਨ ਦੂਰੋਂ ਦੇਖਦਾ ਵੀ ਉਹਨੂੰ ਤੇ ਪਾਣੀ ਨਜ਼ਰ ਆਉਂਦਾ ਹੈ, ਉਹ ਭੱਜਾ ਜਾਂਦਾ ਹੈ, ਉੱਥੇ ਜਾ ਕੇ ਦੇਖਦਾ ਪਾਣੀ ਨਹੀਂ ਹੈ। ਇਸ ਕਰਕੇ ਇਹਨੂੰ ਅਸੀਂ ਮ੍ਰਿਗ ਤ੍ਰਿਸ਼ਨਾ ਵੀ ਜਿਹੜਾ ਆਪਾਂ ਇਹਨੂੰ ਕਹਿੰਦੇ ਆ, ਤੇ ਇੰਗਲਿਸ਼ ਵਿੱਚ ਅਸੀਂ ਇਹਨੂੰ ਕਹਿੰਦੇ ਆ ਮਿਰਾਜ। ਤੇ ਇਹ ਸਾਰਾ ਕੁਝ ਹੁੰਦਾ ਕਿਹਦੇ ਕਰਕੇ ਆ? ਇਟ ਇਜ਼ ਡਿਊ ਟੂ ਟੋਟਲ ਇੰਟਰਨਲ ਰਿਫਲੈਕਸ਼ਨ ਆਫ ਲਾਈਟ। ਤੁਹਾਨੂੰ ਪੁੱਛੇ ਵੀ ਮਿਰਾਜ ਦਾ ਕਾਰਨ ਕੀ ਹੈ? ਮਿਰਾਜ ਦੇ ਮਗਰ ਕੀ ਕਾਰਨ ਹੈ? ਰਿਫਲੈਕਸ਼ਨ ਹੈ? ਨਹੀਂ। ਰੀਫਰੈਕਸ਼ਨ ਹੈ? ਨਹੀਂ। ਇਹਦੇ ਮਗਰ ਕਾਰਨ ਹੈ ਟੋਟਲ ਇੰਟਰਨਲ ਰਿਫਲੈਕਸ਼ਨ ਆਫ ਲਾਈਟ। ਹਾਂਜੀ ਬੇਟਾ, ਕਲੀਅਰ? ਪੁੱਠਾ ਇਮੇਜ ਨਜ਼ਰ ਆਏਗਾ ਸੈਂਡ ਦੇ ਵਿੱਚ, ਉਸ ਤਰ੍ਹਾਂ ਦਾ ਨਜ਼ਰ ਆਏਗਾ ਜਿਸ ਤਰ੍ਹਾਂ ਪਾਣੀ ਵਿੱਚ ਨਜ਼ਰ ਆਉਂਦਾ ਹੈ, ਤੇ ਸਾਨੂੰ ਇੱਕ ਭੁਲੇਖਾ ਪੈ ਜਾਂਦਾ ਹੈ। ਆਓ ਇਸ ਨੂੰ ਅਸੀਂ ਹੁਣ ਡਿਟੇਲ ਦੇ ਵਿੱਚ ਸਟੱਡੀ ਕਰੀਏ ਕਿ ਇਹ ਪੁੱਠਾ ਇਮੇਜ ਬਣਿਆ ਤੇ ਬਣਿਆ ਕਿਉਂ। ਬੇਟਾ ਇਹਨੂੰ ਆਪਣੀ ਜਿਹੜੀ ਬੁੱਕ ਦੇ ਵਿੱਚੋਂ ਤੁਸੀਂ ਇਹਨੂੰ ਪੜ੍ਹਨਾ। ਛੋਟਾ ਜਿਹਾ ਇਹਦੇ ਉੱਤੇ ਇੱਕ ਤੇ ਤੁਸੀਂ ਡਾਇਗਰਾਮ ਬਣਾਉਣੀ ਹੈ, ਇੱਕ ਛੋਟਾ ਜਿਹਾ ਇਹਦੇ ਉੱਤੇ ਇੱਕ ਜਿਹੜਾ ਪੈਰਾ ਜਿਹੜਾ ਹੈ ਉਹ ਲਿਖ ਦੇਣਾ ਹੈ, ਜਿਹਦੇ ਵਿੱਚ ਇੱਕ ਗੱਲ ਜ਼ਰੂਰ ਰੱਖਿਓ ਯਾਦ, ਟੋਟਲ ਇੰਟਰਨਲ ਰਿਫਲੈਕਸ਼ਨ ਦਾ ਜਿਹੜਾ ਵਰਡ ਹੈ ਜ਼ਰੂਰ ਆਉਣਾ ਚਾਹੀਦਾ ਹੈ, ਕਿਉਂਕਿ ਇਹ ਬੇਸ ਐਪਲੀਕੇਸ਼ਨ ਹੀ ਕਿਹਦੀ ਹੈ? ਟੋਟਲ ਇੰਟਰਨਲ ਰਿਫਲੈਕਸ਼ਨ ਦੀ ਹੈ। ਨਾਓ ਆਓ ਇਸ ਡਾਇਗਰਾਮ ਨੂੰ ਆਪਾਂ ਸਮਝਦੇ ਹਾਂ। ਇਹ ਜਿਹੜੀਆਂ ਮੈਂ ਹੋਰੀਜੈਂਟਲਸ ਜਿਹੜੀਆਂ ਡਾਟਡ ਲਾਈਨਸ ਜਿਹੜੀਆਂ ਬਣਾਈਆਂ, ਦੇਖੋ ਬੇਟਾ ਇਹ ਕੀ ਚੀਜ਼ ਹੈ? ਇਹ ਰਿਪਰੈਜ਼ੈਂਟ ਕੀਤਾ ਮੈਂ ਅਰਥ ਦਾ ਐਟਮੋਸਫੀਅਰ। ਦਿਸ ਇਜ਼ ਅ ਐਟਮੋਸਫੀਅਰ ਆਫ ਅਰਥ। ਇਹ ਅਰਥ ਦਾ ਜਿਹੜਾ ਹੈ ਸਾਡਾ ਐਟਮੋਸਫੀਅਰ ਹੈ। ਹਾਂਜੀ ਕਲੀਅਰ? ਡਿਫਰੈਂਟ ਲੇਅਰਸ ਦੇ ਵਿੱਚ ਮੈਂ ਇਹਨੂੰ ਜਿਹੜਾ ਹੈ ਉਹ ਸ਼ੋ ਕਰ ਦਿੰਦਾ। ਤੇ ਇਹ ਸਾਡੇ ਕੋਲ ਇੱਕ ਟਰੀ ਜਿਹੜਾ ਉਗਿਆ ਰੇਗਿਸਤਾਨ ਦੇ ਇਲਾਕੇ ਦੇ ਵਿੱਚ, ਕਿਤੇ ਨਾ ਕਿਤੇ ਟਰੀ ਮਿਲ ਗਿਆ। ਇਹ ਇੱਕ ਟਰੀ ਹੈ ਤੇ ਇਹ ਜਿਹੜਾ ਉਹ ਪੁਆਇੰਟ ਹੈ, ਇਹ ਟਰੀ ਦਾ ਟੌਪ ਹੈ। ਇਹ ਉੱਪਰ ਵਾਲਾ ਹਿੱਸਾ ਹੈ ਟਰੀ ਦਾ ਟੌਪ। ਹਾਂਜੀ ਬੇਟਾ ਕਲੀਅਰ? ਵਾਰਮਰ 에ਅਰ ਨੀਅਰ ਦਾ ਗਰਾਊਂਡ। ਇਹ ਸਾਡੀ ਜਿਹੜੀ ਗਰਾਊਂਡ ਹੈ, ਇਹਦੇ ਲਾਗੇ ਲਾਗੇ ਜਿਹੜੀ 에ਅਰ ਹੈ, ਤੁਹਾਨੂੰ ਹੁਣੇ ਸਮਝਾਇਆ, ਉਹ ਗਰਮ ਹੁੰਦੀ ਹੈ। ਜਦੋਂ ਇਹ 에ਅਰ ਗਰਮ ਹੋਏਗੀ ਤੇ ਇੱਥੋਂ ਉੱਠ ਕੇ ਤਾਂ ਚਲੀ ਜਾਏਗੀ, ਉੱਪਰ ਉੱਠ ਗਈ। ਇਹਦਾ ਮਤਲਬ ਥੱਲੇ 에ਅਰ ਦੀ ਡੈਂਸਿਟੀ ਘਟ ਗਈ, ਤੇ ਜਿਉਂ-ਜਿਉਂ ਅਸੀਂ ਉੱਪਰ ਜਾਵਾਂਗੇ ਸਾਡੇ ਕੋਲ 에ਅਰ ਦੀ ਡੈਂਸਿਟੀ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ। ਪਰ ਸਾਡੇ ਇਲਾਕੇ ਦੀ ਗੱਲ ਕਰੀਏ, ਇੱਥੇ ਥੱਲੇ ਡੈਂਸਿਟੀ ਜ਼ਿਆਦਾ ਹੋਏਗੀ। ਜਿਵੇਂ ਅੱਜ ਕੱਲ੍ਹ ਬੇਟਾ ਸਰਦੀਆਂ ਨੇ, ਥੱਲੇ 에ਅਰ ਦੀ ਡੈਂਸਿਟੀ ਜ਼ਿਆਦਾ ਹੈ, ਉੱਪਰ ਘੱਟ ਹੋਏਗੀ। ਪਰ ਗਰਮੀਆਂ ਦੇ ਵਿੱਚ ਇੱਥੋਂ 에ਅਰ ਗਰਮ ਹੋ ਕੇ ਤਾਂ ਚਲੀ ਗਈ। ਇਹ ਜਿਹੜਾ ਟਰੀ ਦਾ ਟੌਪ ਹੈ, ਇੱਥੇ 에ਅਰ ਦੀ ਡੈਂਸਿਟੀ ਜ਼ਿਆਦਾ ਹੋਏਗੀ ਐਸ ਕੰਪੇਅਰ ਟੂ ਦਾ ਬੇਸ ਆਫ ਦਾ ਟਰੀ। ਜਿਹੜਾ ਇਹ ਬਾਟਮ ਹੈ ਜਿੱਥੋਂ ਟਰੀ ਉੱਗਿਆ, ਇੱਥੇ 에ਅਰ ਦੀ ਡੈਂਸਿਟੀ ਘੱਟ ਹੋਏਗੀ। ਇਹ ਮੈਂ ਸਾਈਡ ਤੇ ਵੀ ਲਿਖਦਾ, ਡੈਂਸਿਟੀ ਆਫ 에ਅਰ ਐਂਡ ਰਿਫਰੈਕਟਿਵ ਇੰਡੈਕਸ ਇੰਕਰੀਜ਼ਿਸ। ਜਿਉਂ-ਜਿਉਂ ਉੱਪਰ ਜਾਵਾਂਗੇ, ਜਿਉਂ-ਜਿਉਂ ਅਸੀਂ ਉੱਪਰ ਜਾਵਾਂਗੇ, ਸਾਡੀ ਡੈਂਸਿਟੀ ਤੇ ਜਿਹੜਾ ਰਿਫਰੈਕਟਿਵ ਇੰਡੈਕਸ ਹੈ ਉਹ ਸਾਡਾ ਇੰਕਰੀਜ਼ ਜਿਹੜਾ ਹੈ ਉਹ ਹੁੰਦਾ ਜਾਏਗਾ। ਇਹ ਫਿਨੋਮੀਨਾ ਗਰਮੀਆਂ ਦੀ ਹੈਗੀ ਹੈ,
ਤੇ ਡੈਜ਼ਰਟਸ ਏਰੀਆ ਦੇ ਵਿੱਚ ਮੋਸਟਲੀ ਇਹ ਦੇਖਣ ਨੂੰ ਮਿਲਦੀ ਹੈ। ਹਾਂਜੀ ਬੇਟਾ ਕਲੀਅਰ। ਹੁਣ ਮੈਨੂੰ ਆ ਦੱਸੋ, ਆ ਉਹ ਇੱਥੇ ਮੈਂ A ਲਿਖਤਾ, ਇਹਨਾਂ ਦੋਨਾਂ ਪੁਆਇੰਟਾਂ ਵਿੱਚ ਦੱਸੋ ਕਿਹੜੇ ਪੁਆਇੰਟ ਤੇ 에ਅਰ ਦੀ ਡੈਂਸਿਟੀ ਜ਼ਿਆਦਾ ਹੈ। ਗਰਮੀਆਂ ਨੇ, ਰੇਗਿਸਤਾਨ ਦੇ ਇਲਾਕੇ 'ਚ ਹੈ, ਬੋਲੋ ਇਹਨਾਂ ਦੋਨਾਂ ਪੁਆਇੰਟਾਂ ਵਿੱਚੋਂ ਕਿਹੜੇ ਪੁਆਇੰਟ ਤੇ ਡੈਂਸਿਟੀ 에ਅਰ ਦੀ ਜ਼ਿਆਦਾ ਹੈ। ਤੇ ਆਨਸਰ ਆਏਗਾ ਸਾਡਾ ਉਹ। ਇੱਥੇ 에ਅਰ ਦੀ ਡੈਂਸਿਟੀ ਜਿਹੜੀ ਹੈ ਜ਼ਿਆਦਾ, ਉਲਟ ਹੋ ਗਿਆ, ਇੱਥੇ ਡੈਂਸਿਟੀ 에ਅਰ ਦੀ ਕੀ ਹੋ ਗਈ ਸਾਡੀ, ਜ਼ਿਆਦਾ ਹੋ ਗਈ। ਹਾਂਜੀ ਬੇਟਾ ਕਲੀਅਰ। ਨਾ ਇਹਦੇ ਪਿੱਛੇ ਮੰਨ ਲਓ ਸਨ ਹੈ, ਜਿੱਥੋਂ ਲਾਈਟ ਆਣੀ ਹੈ, ਕਿਉਂਕਿ ਹਰ ਇੱਕ ਲਾਈਟ ਮੈਂ ਕੱਲ ਵੀ ਦੱਸਿਆ ਸੀ ਆਬਜੈਕਟ ਨੇ ਛੱਡਣੀ ਹੈ। ਹੁਣ ਇਹਦੀ ਆਪਣੀ ਲਾਈਟ ਤੇ ਹੈ ਨਹੀਂ, ਪਿੱਛੋਂ ਲਾਈਟ ਆਏਗੀ, ਫਿਰ ਇਹ ਗਾਂ ਲਾਈਟ ਵਿੱਚੋਂ ਜਿਹੜਾ ਹੈ ਸਾਡੇ ਵੱਲ ਪਾਸ ਕਰੇਗਾ। ਹਾਂਜੀ ਬੇਟਾ ਕਲੀਅਰ। ਇਸ O ਪੁਆਇੰਟ ਤੋਂ ਜਿਹੜੀ ਲਾਈਟ, ਰੇ ਆਫ ਲਾਈਟ ਆਈ, ਦੇਖੋ ਆ ਵਾਲੀ, this is a ray of light coming from the top of the tree। at top of the tree ਤੋਂ ਬੇਟਾ ਜਿਹੜੀ ਆ ਲਾਈਟ ਆਈ, ਇੱਥੇ ਜਾ ਕੇ ਜਦੋਂ ਫਾਲ ਹੋਈ, ਜਿਸ ਸਰਫੇਸ ਤੇ ਫਾਲ ਹੋਈ ਉੱਥੇ ਅਸੀਂ ਕੀ ਡਰਾ ਕੀਤਾ, ਨਾਰਮਲ। ਕੱਲ ਵੀ ਸਮਝਾਇਆ ਸੀ, ਜਿੱਥੇ ਰੇ ਆ ਕੇ ਸਟ੍ਰਾਈਕ ਕਰਦੀ ਇੰਟਰਫੇਸ ਤੇ ਉੱਥੇ ਅਸੀਂ ਨਾਰਮਲ ਡਰਾ ਕਰਦੇ ਹਾਂ। ਨਾਓ ਦਿਸ ਇਜ਼ ਅ ਇਨਸੀਡੈਂਟ ਰੇ। ਇਹ ਜਦੋਂ ਇੱਥੇ ਆ ਕੇ ਸਟ੍ਰਾਈਕ ਕੀਤੀ, ਇੱਥੇ ਨਾਰਮਲ ਡਰਾ ਕੀਤਾ। ਹੁਣ ਮੈਨੂੰ ਆ ਦੱਸੋ, ਇਹ ਰੇ ਕਿਧਰੋਂ ਕਿੱਧਰ ਆ ਰਹੀ ਹੈ, रेयर टू डेंसर आ रही है कि डेंसर टू एयर। सोचो बेटा, ए रे किधरों किधर आ रही है, ऊपर डेंसिटी ज्यादा हो चुकी है गर्मियां दे विच, ऊपर डेंसिटी ज्यादा है, थल्ले डेंसिटी घट है, रे नीचे नू आ रही है। ਇਹਦਾ मतलब द रे इज कमिंग फ्रॉम, हाँ जी किथों आ रही है, डेंसर टू रेयर मीडियम। लाइट ਜਿਹੜੀ ਹੁਣ ਆਉਣ ਲੱਗ ਪਈ डेंसर टू रेयर। हाँ जी बेटा क्लियर। ਤੇ ਸਾਨੂੰ ਪਤਾ ਹੀ ਹੈ टोटल इंटरनल रिफ्लैक्शन की पहली कंडीशन, आज भी मैं तुहानू थोड़ा जिहा रिवाइज करवाया। पहली कंडीशन यही है कि लाइट शुड गो फ्रॉम डेंसर टू रेयर मीडियम। हुण दसो बेटा, आ रे जिहड़ी नीचे नू आ रही है, चली किथे आ, डेंसर टू रेयर। ते जदों लाइट डेंसर टू रेयर जाए, व्हाट विल हैपन टू द रे, द रे विल बेंड अवे फ्रॉम दी नॉर्मल। ए रे तुहाडी देखो बेटा नॉर्मल तो अवे हो गई, आ देखो थोड़ी जी तुहानू मुड़ी नजर आ रही है, ए नॉर्मल तो दूर हट गई। कल बेटा इस तरह डायग्राम सी, कल वाली डायग्राम इस तरह सी, आ डेंसर मीडियम सी ते आ ऑब्जेक्ट सी, आ रे आई सी, इत्थे नॉर्मल ड्रॉ कीता ते रे इस तरह मुड़ गई सी। याद आया बेटा, नॉर्मल तो दूर, नॉर्मल तो दूर हट गया। भी देखो आ रे इंसीडेंट, ए नॉर्मल ते नॉर्मल तो अवे, बिकॉज इत्थे डेंसर, इत्थे की हैगा थल्ले नू आई है, रेयर होई जा रहा। नाउ फिर रे द्वारा इत्थे आके स्ट्राइक कीती, जदों इत्थे आके स्ट्राइक कीती असीं फिर दोबारा नॉर्मल ड्रॉ कीता, फिर की होएगा डेंसर टू रेयर, फिर दोबारा रे तुहाडी जिहड़ी है अवे फ्रॉम नॉर्मल मुड़ गई। बेटा इस तरह जदों रे अवे फ्रॉम नॉर्मल होंदी जाएगी, कल दी टॉपिक नूं ध्यान नाल देखो। फिर एक ऐसा एंगल आएगा जिसका नाम की है क्रिटिकल एंगल। ਉਹ क्रिटिकल एंगल तो जे साडा एंगल वध गया, ਤੇ ਕੱਲ ਕੀ ਹੋਇਆ ਸੀ ਬੇਟਾ, ਜਦੋਂ ਕ੍ਰਿਟੀਕਲ ਐਂਗਲ ਤੋਂ ਐਂਗਲ ਵੱਧ ਗਿਆ ਸੀ, then the ray will reflected back into the denser medium। ਇਸ ਤਰ੍ਹਾਂ ਬੇਟਾ ਅਸੀਂ ਕੱਲ ਬਣਾਈ ਸੀ, ਇੱਥੇ ਜਾ ਕੇ ਅਸੀਂ ਲਿਖਿਆ ਸੀ ਕ੍ਰਿਟੀਕਲ ਐਂਗਲ, ਰੇ ਬਿਲਕੁਲ ਸਰਫੇਸ ਦੇ ਅਲੋਂਗ ਹੋ ਗਈ ਸੀ। ਫਿਰ ਜਦੋਂ ਸਾਡਾ ਰੇ ਐਂਗਲ ਕ੍ਰਿਟੀਕਲ ਐਂਗਲ ਤੋਂ ਜ਼ਿਆਦਾ ਹੋ ਗਿਆ ਤੇ ਰੇ ਉਸੇ ਮੀਡੀਅਮ 'ਚ ਜਿਹੜੀ ਹੈ ਟੱਕਰ ਖਾ ਕੇ ਉਹ ਵਾਪਸ ਆ ਗਈ। हाँ जी, ज्यों-ज्यों रे नीचे आएगी डेंसर टू रेयर, नॉर्मल तो अवे हटदी गई, हटदी गई, हटदी गई, ते एक ऐसी स्टेज आई जिथे जाके साडा एंगल ऑफ इंसीडेंस जिहड़ा है वो ग्रेटर हो गया क्रिटिकल एंगल तो। ते जदों क्रिटिकल एंगल तो ज्यादा हो गया इस पॉइंट ते रे उसे तरीके नाल वो वापस चली गई। देखो बेटा इस तरह, जिस तरह इत्थे वापस चली गई सी, डेंसर टू डेंसर वापस आ गई, इत्थे भी देखो डेंसर टू डेंसर जिहड़ी है वो रे वो वापस चली गई। हाँ जी बेटा क्लियर है। ਇਹਦਾ मतलब ज्यों-ज्यों रे नीचे आंदी है, नॉर्मल तो वे हटदी जाती है, एक ऐसे एंगल ते आके वो क्रिटिकल एंगल तो वध एंगल ते जाके स्ट्राइक करती है ते रे उससे टक्कर खा के वापस चली जाती है। हाँ जी बेटा क्लियर। हुण ए रे जिहड़ी है साडी आईज च एंटर कीती, क्योंकि असीं ट्री नूं देखदे पए हां, असीं दूरों वेखदे पए हां, की देखते पे भी वो सानू पुठा इमेज नजर आ रहा थले, ए वाला इमेज पुठा नजर आ रहा। हुणे नजर क्यों आ रहा, ए रे इधरों आई घूम के ते इथों रिफ्लैक्ट होके वापस चली गई, टोटल इंटरनल रिफ्लैक्शन तो बाद वापस चली गई ते साडी आईज दे विच एंटर कीती
ਤੇ ਸਾਨੂੰ ਲੱਗਦਾ ਹੈ ਜਿਵੇਂ ਆ ਰੇ, ਕਿਉਂਕਿ ਲਾਈਟ ਦੇ ਬੇਟਾ ਸਟ੍ਰੇਟ ਲਾਈਨ 'ਚ ਟਰੈਵਲ ਕਰਦੀ ਹੈ, ਸਾਨੂੰ ਲੱਗਦਾ ਹੈ ਜਿਵੇਂ ਆ ਰੇ ਇਸ ਪੁਆਇੰਟ ਤੋਂ ਆ ਰਹੀ ਹੈ। ਇਹ ਕਿਹੜਾ ਪੁਆਇੰਟ ਹੈ ਬੇਟਾ I, ਤੇ ਇੱਥੇ ਸਾਨੂੰ ਜਿਹੜਾ ਹੈ ਇਸ ਟਰੀ ਦਾ ਇਨਵਰਟਿਡ ਇਮੇਜ ਜਿਹੜਾ ਹੈ ਉਹ ਨਜ਼ਰ ਆਏਗਾ। ਹਾਂਜੀ ਬੇਟਾ ਕਲੀਅਰ। ਐਕਚੁਅਲੀ ਰੇ ਇਧਰੋਂ ਆ ਕੇ ਟੋਟਲ ਇੰਟਰਨਲ ਰਿਫਲੈਕਸ਼ਨ ਤੋਂ ਬਾਅਦ ਇਧਰ ਚਲੀ ਗਈ, ਪਰ ਸਾਨੂੰ ਸਾਡੀ ਆਈਸ 'ਚ ਐਂਟਰ ਕੀਤੀ ਹੈ, ਸਾਨੂੰ ਲੱਗਦਾ ਰੇ ਜਿਵੇਂ ਇੱਥੋਂ ਆ ਰਹੀ ਹੈ, ਤੇ ਸਾਨੂੰ ਪੁੱਠਾ ਇਮੇਜ ਜਿਹੜਾ ਹੈ ਇਨਵਰਟਿਡ ਇਮੇਜ ਉਹ ਸੈਂਡ ਦੇ ਵਿੱਚ ਜਿਹੜਾ ਹੈ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਐਂਡ ਦਿਸ ਇਜ਼ ਦਾ ਫਿਨੋਮੀਨਾ ਆਫ ਮਿਰਾਜ। ਬੇਟਾ ਇਹ ਬਹੁਤ ਜ਼ਿਆਦਾ ਗਰਮੀ ਹੋਵੇ ਤਾਂ ਸਾਨੂੰ ਇਹ ਜਿਹੜੀ ਚੀਜ਼ ਹੈ ਹੌਟ ਡੈਜ਼ਰਟਸ ਏਰੀਆ ਦੇ ਵਿੱਚ ਜਿਹੜੀ ਹੈ ਸਾਨੂੰ ਇਹ ਦੇਖਣ ਨੂੰ ਮਿਲਦੀ ਹੈ। ਹਾਂਜੀ ਬੇਟਾ ਕਲੀਅਰ ਹੈ। ਇਹਦੇ ਵਿੱਚ ਦੋ ਕੰਡੀਸ਼ਨ ਤੇ ਬੇਟਾ ਆਪਣੇ ਮਾਈਂਡ 'ਚ ਹਮੇਸ਼ਾ ਯਾਦ ਕਰ ਲਓ, ਡੈਂਸਰ ਟੂ ਰੇਅਰ ਆਣਾ ਜੇ ਕੰਮ, ਆ ਦੇਖੋ ਡੈਂਸਰ ਟੂ ਰੇਅਰ, ਤੇ ਦੂਸਰਾ ਐਂਗਲ ਆਫ ਇੰਸੀਡੈਂਟ ਮਸਟ ਬੀ ਗ੍ਰੇਟਰ ਦੈਨ ਦਾ ਕ੍ਰਿਟੀਕਲ ਐਂਗਲ, ਕ੍ਰਿਟੀਕਲ ਐਂਗਲ ਤੋਂ ਉਹ ਜ਼ਿਆਦਾ ਹੋਣਾ ਚਾਹੀਦਾ ਹੈ। ਹਾਂਜੀ ਬੇਟਾ ਕਲੀਅਰ। ਦਿਸ ਇਜ਼ ਦਾ ਫਸਟ ਐਪਲੀਕੇਸ਼ਨ ਆਫ the total internal reflection. Now we are going to discuss the second application of total internal reflection, that is the brilliance of diamond. ਜਿਹੜਾ ਸਾਡਾ ਬੇਟਾ ਡਾਇਮੰਡ ਹੈ ਉਹਦੀ ਚਮਕ ਬਹੁਤ ਹੀ ਜ਼ਿਆਦਾ ਹੁੰਦੀ ਹੈ। ਸਭ ਨੂੰ ਪਤਾ ਹੈ ਕਿ ਡਾਇਮੰਡ ਜਿਹੜਾ ਬਹੁਤ ਚਮਕਦਾ ਹੈ। ਤੁਸੀਂ ਆਮ ਵੀ ਦੇਖਿਆ, ਇੱਕ ਤੇ ਉਹ ਮਹਿੰਗਾ ਬੜਾ ਹੁੰਦਾ ਹੈ, ਤੇ ਮਹਿੰਗਾ ਕਿਉਂ ਹੈ? ਉਹਦੀ ਕਾਰਨ ਕੀ ਹੈ ਬੇਟਾ ਕਿ ਡਾਇਮੰਡ ਮਹਿੰਗਾ ਇਸ ਕਰਕੇ ਹੈ ਕਿਉਂਕਿ ਉਹਦੀ ਜਿਹੜੀ ਹੈ ਚਮਕ ਬਹੁਤ ਜ਼ਿਆਦਾ ਹੈ, ਉਹ ਬਹੁਤ ਬ੍ਰਾਈਟ ਹੈ। The brilliance of diamond is due to the total internal reflection of light. ਜਿਹੜਾ ਡਾਇਮੰਡ ਇੰਨਾ ਜ਼ਿਆਦਾ ਚਮਕਦਾ ਹੈ ਉਹਦਾ ਵੀ ਜਿਹੜਾ ਮੇਨ ਉਹਦਾ ਜਿਹੜਾ ਕਾਰਨ ਹੈ ਉਹ ਸਾਡਾ ਟੋਟਲ ਇੰਟਰਨਲ ਰਿਫਲੈਕਸ਼ਨ ਆਫ ਲਾਈਟ ਹੀ ਹੈ। ਹਾਂਜੀ ਬੇਟਾ ਕਲੀਅਰ। ਕੱਲ ਅਸੀਂ ਇੱਕ ਬੇਟਾ ਰਿਲੇਸ਼ਨ ਆਪਾਂ ਡਰਾਈਵ ਕੀਤਾ ਸੀ ਕਿ ਰਿਫਰੈਕਟਿਵ ਇੰਡੈਕਸ ਇਜ਼ ਇਕੁਅਲ ਟੂ 1/sin c। ਇਹ ਧਿਆਨ ਨਾਲ ਦੇਖਣਾ, ਰੇਅਰ ਮੀਡੀਅਮ ਥੱਲੇ ਸਾਡੇ ਕੋਲ ਹੈਗਾ ਡੈਂਸਰ ਮੀਡੀਅਮ। ਇਹ ਕੱਲ ਅਸੀਂ ਰਿਲੇਸ਼ਨ ਡਰਾਈਵ ਕੀਤਾ ਸੀ ਟੋਟਲ ਇੰਟਰਨਲ ਰਿਫਲੈਕਸ਼ਨ ਦਾ। The refractive index of denser medium with respect to rare medium is the inversely proportional to the sine of the critical angle. Critical angle ਤੇ refractive index ਆਪਸ ਵਿੱਚ ਕੀ ਹੁੰਦੇ ਨੇ ਬੇਟਾ? ਇਹ ਦੋਨੋਂ ਆਪਸ ਵਿੱਚ ਜਿਹੜਾ ਹੈ inversely proportional ਹੁੰਦੇ ਨੇ। ਜਿਸ ਮੀਡੀਅਮ ਦਾ refractive index ਜ਼ਿਆਦਾ ਹੋਏਗਾ ਨਾ ਉਹਦਾ ਕ੍ਰਿਟੀਕਲ ਐਂਗਲ ਜਿਹੜਾ ਹੈ ਉਹ ਘੱਟ ਹੋਏਗਾ। ਇਹ ਦੋਨੋਂ ਆਪਸ ਵਿੱਚ ਇਨਵਰਸਲੀ ਨੇ। ਜੇਕਰ ਕੋਈ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਬਹੁਤ ਜ਼ਿਆਦਾ ਹੈ, ਕੋਈ ਡੈਂਸਰ ਮੀਡੀਅਮ ਹੈ ਬਹੁਤ ਜ਼ਿਆਦਾ ਉਹਦਾ ਰਿਫਰੈਕਟਿਵ ਇੰਡੈਕਸ ਹੈ, ਤੇ ਉਹਦਾ ਜਿਹੜਾ ਕ੍ਰਿਟੀਕਲ ਐਂਗਲ ਜਿਹੜਾ ਹੋਏਗਾ ਉਹ ਬਹੁਤ ਹੀ ਘੱਟ ਆਏਗਾ ਕਿਉਂਕਿ ਦੋਨੋਂ ਆਪਸ ਵਿੱਚ ਜਿਹੜੇ ਨੇ ਇਨਵਰਸਲੀ ਪ੍ਰੋਪੋਰਸ਼ਨਲ ਨੇ। ਬੇਟਾ ਜਿਹੜਾ ਡਾਇਮੰਡ ਹੈ ਇਹਦਾ ਰਿਫਰੈਕਟਿਵ ਇੰਡੈਕਸ ਜਿਹੜਾ ਡਾਇਮੰਡ ਦਾ ਬੇਟਾ 2.48, ਇਹਦੀ ਵੈਲਿਊ ਹੈਗੀ ਹੈ ਸਾਡੇ ਕੋਲ 2.48, ਬਹੁਤ ਜ਼ਿਆਦਾ ਇਹਦਾ ਰਿਫਰੈਕਟਿਵ ਇੰਡੈਕਸ ਹੈ। ਯੂ ਕੈਨ ਸੇ ਹੇਅਰ 2.42। ਹਾਂਜੀ ਰਿਫਰੈਕਟਿਵ ਇੰਡੈਕਸ ਜਿਹੜਾ ਡਾਇਮੰਡ ਦਾ ਰਿਫਰੈਕਟਿਵ ਇੰਡੈਕਸ, ਇੱਥੇ ਮੈਂ ਡਾਇਮੰਡ ਲਿਖ ਦਿੰਦਾ। ਡਾਇਮੰਡ ਦਾ ਬੇਟਾ ਜਿਹੜਾ ਹੈ ਰਿਫਰੈਕਟਿਵ ਇੰਡੈਕਸ ਹੈ 2.42 ਹੈ। ਇਸ ਤੋਂ ਜ਼ਿਆਦਾ ਰਿਫਰੈਕਟਿਵ ਇੰਡੈਕਸ ਕਿਸੇ ਵੀ ਮੀਡੀਅਮ ਦਾ ਨਹੀਂ ਹੈ। ਤੁਹਾਨੂੰ ਕੋਈ ਪੁੱਛੇ ਕਿ ਸਭ ਨਾਲੋਂ ਜ਼ਿਆਦਾ ਰਿਫਰੈਕਟਿਵ ਇੰਡੈਕਸ ਕਿਸ ਮਟੀਰੀਅਲ ਦਾ ਹੁੰਦਾ ਹੈ, ਤੇ ਤੁਸੀਂ ਕਹਿਣਾ ਵੀ ਸਭ ਨਾਲੋਂ ਜ਼ਿਆਦਾ ਰਿਫਰੈਕਟਿਵ ਇੰਡੈਕਸ ਜਿਹੜਾ ਕਿਹਦਾ ਹੈ ਉਹ ਡਾਇਮੰਡ ਦਾ ਹੈ। ਬੇਟਾ ਜੇ ਡਾਇਮੰਡ ਦਾ ਰਿਫਰੈਕਟਿਵ ਇੰਡੈਕਸ ਸਭ ਨਾਲੋਂ ਜ਼ਿਆਦਾ ਹੈ ਤੇ ਅੰਡਰਸਟੂਡ ਹੈ ਜਿਹੜਾ ਕ੍ਰਿਟੀਕਲ ਐਂਗਲ ਜਿਹੜਾ ਹੋਏਗਾ ਡਾਇਮੰਡ ਦਾ ਉਹ ਬਹੁਤ ਹੀ ਘੱਟ ਹੋਏਗਾ। ਸਭ ਨਾਲੋਂ ਘੱਟ ਕ੍ਰਿਟੀਕਲ ਐਂਗਲ ਬੇਟਾ ਜੇ 24.4 ਡਿਗਰੀ, ਸਭ ਤੋਂ ਘੱਟ ਕ੍ਰਿਟੀਕਲ ਐਂਗਲ ਦੀ ਵੈਲਿਊ 24.4 ਡਿਗਰੀ ਹੈਗੀ ਹੈ। ਇਹ ਕਿਹਦੇ ਵਾਸਤੇ ਹੈ? ਇਟ ਇਜ਼ ਫॉर ਡਾਇਮੰਡ। ਡਾਇਮੰਡ ਦੀ ਜਿਹੜੀ ਹੈ ਕ੍ਰਿਟੀਕਲ ਐਂਗਲ ਦੀ ਵੈਲਿਊ ਸਭ ਨਾਲੋਂ ਘੱਟ ਹੈ। ਹਾਂਜੀ ਵਿਚ ਇਜ਼ ਦਾ ਹਾਰਡੈਸਟ ਸਬਸਟੈਂਸ ਇਨ ਨੇਚਰ? ਉਹ ਵੀ ਡਾਇਮੰਡ।
ਕਿਹਦਾ ਰਿਫਰੈਕਟਿਵ ਇੰਡੈਕਸ ਸਭ ਨਾਲੋਂ ਜ਼ਿਆਦਾ ਹੈ, ਉਹ ਵੀ ਸਾਡੇ ਕੋਲ ਕਿਹੜਾ ਹੈਗਾ, ਡਾਇਮੰਡ। ਕਿਹਦਾ ਕ੍ਰਿਟੀਕਲ ਐਂਗਲ ਸਭ ਨਾਲੋਂ ਘੱਟ ਹੈ, ਉਹ ਕਿਹੜਾ ਹੈਗਾ ਸਾਡਾ, ਡਾਇਮੰਡ। ਡਾਇਮੰਡ ਦਾ ਕ੍ਰਿਟੀਕਲ ਐਂਗਲ ਘੱਟ ਕਿਉਂ ਹੈ, ਕਿਉਂਕਿ ਸਾਨੂੰ ਇਹ ਫਾਰਮੂਲਾ ਪਤਾ ਹੈ, ਜਿਹਦਾ ਰਿਫਰੈਕਟਿਵ ਇੰਡੈਕਸ ਜ਼ਿਆਦਾ ਹੁੰਦਾ ਹੈ ਉਹਦਾ ਕ੍ਰਿਟੀਕਲ ਐਂਗਲ ਜਿਹੜਾ ਹੈ ਆਟੋਮੈਟਿਕਲੀ ਉਹ ਘੱਟ ਹੀ ਆਏਗਾ। ਹਾਂਜੀ ਬੇਟਾ ਕਲੀਅਰ। ਹੁਣ ਡਾਇਮੰਡ ਐਸਾ ਸਬਸਟੈਂਸ ਹੈ, ਇਹਦਾ ਕ੍ਰਿਟੀਕਲ ਐਂਗਲ ਬੇਟਾ ਸਭ ਨਾਲੋਂ ਘੱਟ ਹੈ। ਹਾਂਜੀ ਹੋ ਗਿਆ ਕਲੀਅਰ। ਹੁਣ ਕ੍ਰਿਟੀਕਲ ਐਂਗਲ ਘੱਟ ਹੋਣ ਦਾ ਫਾਇਦਾ ਕੀ ਹੋਇਆ ਸਾਨੂੰ ਬੇਟਾ, ਕਿ ਕ੍ਰਿਟੀਕਲ ਐਂਗਲ ਘੱਟ ਹੋਣ ਦਾ ਮਤਲਬ ਹੈ ਕਿ ਟੋਟਲ ਇੰਟਰਨਲ ਰਿਫਲੈਕਸ਼ਨ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਜਿੰਨਾ ਕ੍ਰਿਟੀਕਲ ਐਂਗਲ ਘੱਟ ਹੁੰਦਾ ਹੈ ਓਨੀ ਟੋਟਲ ਇੰਟਰਨਲ ਰਿਫਲੈਕਸ਼ਨ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ। ਹਾਂਜੀ ਬੇਟਾ ਕਲੀਅਰ। ਫਿਰ ਸੁਣੋ, ਜੇ ਮੈਂ ਕਹਾਂ ਵੀ ਮੇਰੇ ਕੋਲ ਦੋ ਕੋਈ ਸਬਸਟੈਂਸ ਨੇ, ਇੱਕ ਸਬਸਟੈਂਸ A ਹੈ ਇੱਕ B ਹੈ, ਇੱਕ ਦਾ ਕ੍ਰਿਟੀਕਲ ਐਂਗਲ ਹੈਗਾ 52 ਡਿਗਰੀ, ਇੱਕ ਦਾ ਕ੍ਰਿਟੀਕਲ ਐਂਗਲ ਹੈ 24.4 ਡਿਗਰੀ। ਮੰਨ ਲਓ ਇਹਦਾ ਕ੍ਰਿਟੀਕਲ ਐਂਗਲ 52 ਡਿਗਰੀ ਹੈ, ਇਹਦਾ 20.4 ਡਿਗਰੀ ਹੈ। ਤੇ ਟੋਟਲ ਇੰਟਰਨਲ ਰਿਫਲੈਕਸ਼ਨ ਕਦੋਂ ਸਟਾਰਟ ਹੁੰਦੀ ਹੈ, ਜਦੋਂ ਐਂਗਲ ਆਫ ਇਨਸੀਡੈਂਸ ਕ੍ਰਿਟੀਕਲ ਐਂਗਲ ਤੋਂ ਜ਼ਿਆਦਾ ਹੋਵੇ। ਆਪਾਂ ਪੜਿਆ ਟੋਟਲ ਇੰਟਰਨਲ ਰਿਫਲੈਕਸ਼ਨ ਦੀ ਮੈਂ ਬੇਟਾ ਪਹਿਲਾਂ ਵੀ ਕਿਹਾ, ਆਪਣੇ ਮਾਈਂਡ ਦੇ ਵਿੱਚ ਸ਼ਰਤਾਂ ਯਾਦ ਰੱਖੋ। ਟੋਟਲ ਇੰਟਰਨਲ ਰਿਫਲੈਕਸ਼ਨ ਕਦੋਂ ਸਟਾਰਟ ਹੁੰਦੀ ਹੈ, ਜਦੋਂ ਐਂਗਲ ਆਫ ਇਨਸੀਡੈਂਸ ਕ੍ਰਿਟੀਕਲ ਐਂਗਲ ਤੋਂ ਵਧੇਗਾ। ਉਸ ਤੋਂ ਬਗੈਰ ਟੋਟਲ ਇੰਟਰਨਲ ਰਿਫਲੈਕਸ਼ਨ ਬੇਟਾ ਨਹੀਂ ਹੋਏਗੀ। ਹਾਂਜੀ ਕਲੀਅਰ। ਹੁਣ ਇੱਥੇ ਜਿਹੜਾ ਸਬਸਟੈਂਸ A ਹੈ ਇਹਦਾ ਕ੍ਰਿਟੀਕਲ ਐਂਗਲ 52 ਡਿਗਰੀ ਹੈ, ਇਹ ਬੇਟਾ ਉਹਦੀ C ਦੀ ਵੈਲਿਊ ਹੈ, ਕ੍ਰਿਟੀਕਲ ਐਂਗਲ ਦੀ ਵੈਲਿਊ ਮੈਂ ਲਿਖੀ ਹੈ। ਇਹਦਾ ਕ੍ਰਿਟੀਕਲ ਐਂਗਲ 52 ਡਿਗਰੀ ਹੈ, ਇਹਦਾ ਮਤਲਬ 52 ਡਿਗਰੀ ਤੋਂ ਬਾਅਦ ਸਾਡੀ ਟੋਟਲ ਇੰਟਰਨਲ ਰਿਫਲੈਕਸ਼ਨ ਜਿਹੜੀ ਹੈ ਉਹ ਸਟਾਰਟ ਹੋਏਗੀ। 52 ਡਿਗਰੀ ਐਂਗਲ ਆਫ ਇਨਸੀਡੈਂਸ ਆਏਗਾ ਨਾ ਜਦੋਂ, ਉਸ ਤੋਂ ਬਾਅਦ ਜਿਹੜੀ ਹੈ ਟੋਟਲ ਇੰਟਰਨਲ ਰਿਫਲੈਕਸ਼ਨ ਸਟਾਰਟ ਹੋਏਗੀ। ਫਿਰ ਰੇ ਜਿਹੜੀ ਹੈ ਉਸੇ ਮੀਡੀਅਮ 'ਚ ਵਾਪਸ ਆਈ ਜਾਏਗੀ, ਉਸੇ ਮੀਡੀਅਮ ਟੱਕਰ ਖਾ ਕੇ ਉਹ ਰੇ ਨੇ ਵਾਪਸ ਆਣਾ। ਹਾਂਜੀ ਬੇਟਾ ਕਲੀਅਰ। ਤੇ 52 ਡਿਗਰੀ ਤੋਂ ਪਹਿਲਾਂ ਜਿੰਨੀਆਂ ਵੀ ਰੇਜ਼ ਹੋਣਗੀਆਂ ਉਹ ਸਾਰੀਆਂ ਬਾਹਰ ਨਿਕਲ ਜਾਣਗੀਆਂ, ਉਹ ਡੈਂਸਰ ਟੂ ਰੇਅਰ ਮੀਡੀਅਮ 'ਚ ਚਲੀ ਜਾਣਗੀਆਂ। ਬੇਟਾ ਅਸੀਂ ਕੱਲ ਵੀ ਜਿਹੜੀ ਹੈ ਆਪਾਂ ਡਾਇਗਰਾਮ ਬਣਾਈ ਸੀ, ਹੁਣ ਵੀ ਤੁਹਾਨੂੰ ਮੈਂ ਡਾਇਗਰਾਮ ਬਣਾ ਕੇ ਦਿਖਾਈ ਹੈ ਕਿ ਆਹ ਮੰਨ ਲਓ ਡੈਂਸਰ ਮੀਡੀਅਮ ਹੈ, ਆਹ ਆਬਜੈਕਟ ਪਈ ਹੈ, ਆਹ ਰੇ ਬਿਲਕੁਲ ਸਿੱਧੀ ਬਾਹਰ ਨਿਕਲ ਜਾਂਦੀ ਹੈ, ਦੂਸਰੀ ਰੇ ਇਹ ਵੀ ਬਾਹਰ ਨਿਕਲ ਗਈ, ਤੀਸਰੀ ਰੇ ਆ ਵੀ ਬਾਹਰ ਨਿਕਲ ਗਈ। ਫਿਰ ਉਸ ਤੋਂ ਬਾਅਦ ਜੇ ਇਹ ਕ੍ਰਿਟੀਕਲ ਹੈ ਸਰਫੇਸ ਦੇ ਅਲੋਂਗ, ਤੇ ਜਦੋਂ ਐਂਗਲ ਸਾਡਾ ਗ੍ਰੇਟਰ ਦੈਨ ਹੁੰਦਾ ਤਾਂ ਜਿਹੜੀ ਹੈ TIR ਟੋਟਲ ਇੰਟਰਨਲ ਰਿਫਲੈਕਸ਼ਨ ਬੇਟਾ ਤਾਂ ਹੁੰਦੀ ਹੈ। TIR ਟੋਟਲ ਇੰਟਰਨਲ ਰਿਫਲੈਕਸ਼ਨ ਤਾਂ ਹੁੰਦੀ ਹੈ ਜੇਕਰ I C ਤੋਂ ਜ਼ਿਆਦਾ ਹੋਵੇ। ਇੱਥੇ ਕਦੋਂ ਸਟਾਰਟ ਹੋਏਗੀ, 52 ਡਿਗਰੀ ਤੋਂ ਬਾਅਦ। ਇੱਥੇ ਸੋਚੋ ਇਹਦਾ ਕ੍ਰਿਟੀਕਲ ਐਂਗਲ 24 ਹੈ, ਇਹਦਾ ਮਤਲਬ ਇੱਥੇ ਟੋਟਲ ਇੰਟਰਨਲ ਰਿਫਲੈਕਸ਼ਨ ਜਿਹੜੀ ਹੈ 24.4 ਡਿਗਰੀ ਤੋਂ ਬਾਅਦ ਹੀ ਸਟਾਰਟ ਹੋ ਗਈ। ਇਹਦਾ ਮਤਲਬ ਜਿਹੜੀ ਵੀ ਰੇ 24.4 ਡਿਗਰੀ ਤੋਂ ਵੱਧ ਐਂਗਲ ਤੇ ਗਈ, 25 ਵਾਲੀ, 26 ਵਾਲੀ, 27, 28, ਉਹ ਸਾਰੀਆਂ ਰੇਸ ਜਿਹੜੀਆਂ ਨੇ ਉਹ ਉਸੇ ਮੀਡੀਅਮ 'ਚ ਵਾਪਸ ਆ ਜਾਣਗੀਆਂ, ਬਾਹਰ ਨਹੀਂ ਜਾ ਪਾਣਗੀਆਂ। ਤੇ ਜਦੋਂ ਦੱਸੋ ਸਾਰੀਆਂ ਰੇਸ ਅੰਦਰ ਹੀ ਰਹਿ ਰਹੀਆਂ, ਉਹ ਮਲਟੀਪਲ ਰਿਫਲੈਕਸ਼ਨ ਕਰਕੇ ਉਹਦੀ ਜਿਹੜੀ ਹੈ ਚਮਕ ਜਿਹੜੀ ਹੁੰਦੀ ਹੈ ਸਬਸਟੈਂਸ ਦੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਹਾਂਜੀ ਬੇਟਾ ਕਲੀਅਰ। ਹੁਣ ਇੱਕ ਪੁਆਇੰਟ ਤੁਸੀਂ ਨੋਟ ਕਰ ਲਓ, ਜਿੰਨਾ ਰਿਫਰੈਕਟਿਵ ਇੰਡੈਕਸ ਜ਼ਿਆਦਾ ਓਨਾ ਕ੍ਰਿਟੀਕਲ ਐਂਗਲ ਘੱਟ, ਜਿੰਨਾ ਕ੍ਰਿਟੀਕਲ ਐਂਗਲ ਘੱਟ ਓਨੀ ਛੇਤੀ ਟੋਟਲ ਇੰਟਰਨਲ ਰਿਫਲੈਕਸ਼ਨ ਜਿਹੜੀ ਹੈ ਉਹ ਸਟਾਰਟ ਹੋਏਗੀ। ਤੇ ਜਿੰਨੀ ਛੇਤੀ ਟੋਟਲ ਇੰਟਰਨਲ ਰਿਫਲੈਕਸ਼ਨ ਸਟਾਰਟ ਹੋਏਗੀ, ਮਲਟੀਪਲ ਰਿਫਲੈਕਸ਼ਨ ਤੋਂ ਬਾਅਦ ਉਸ ਜਿਹੜਾ ਸਬਸਟੈਂਸ ਦੀ ਜਿਹੜੀ ਬ੍ਰਿਲੀਅੰਸ ਹੈ, ਉਹਦੀ ਬ੍ਰਾਈਟਨੈਸ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਜਾਂਦੀ ਹੈ। ਹੁਣ ਡਾਇਮੰਡ ਕਿਉਂ ਬ੍ਰਾਈਟ ਹੈ? ਬ੍ਰਿਲੀਅੰਸ ਆਫ ਡਾਇਮੰਡ ਇਜ਼ ਡਿਊ ਟੂ ਟੋਟਲ ਇੰਟਰਨਲ ਰਿਫਲੈਕਸ਼ਨ। ਡਾਇਮੰਡ ਇੱਕ ਇਸ ਤਰ੍ਹਾਂ ਦਾ ਸਬਸਟੈਂਸ ਹੈ, ਰਿਫਰੈਕਟਿਵ ਇੰਡੈਕਸ ਸਭ ਨਾਲੋਂ ਜ਼ਿਆਦਾ, ਕ੍ਰਿਟੀਕਲ ਐਂਗਲ ਸਭ ਨਾਲੋਂ ਘੱਟ, ਅੰਦਰ ਮਲਟੀਪਲ ਟੋਟਲ ਇੰਟਰਨਲ ਰਿਫਲੈਕਸ਼ਨ ਹੋਣ ਕਰਕੇ ਉਹਦੀ ਚਮਕ ਹੁੰਦੀ ਹੈ। ਕੋਈ ਵੀ ਰੇ ਡਾਇਮੰਡ ਦੇ ਅੰਦਰ ਹੈ ਬੇਟਾ, ਬਾਹਰ ਨਹੀਂ ਨਿਕਲ ਸਕਦੀ। ਉਹ ਡਾਇਮੰਡ ਦੀ ਕਟਿੰਗ ਹੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਅੰਦਰ ਵਾਲੀ ਜਿਹੜੀ ਰੇ ਹੈ ਨਾ ਉਹ 24.4 ਡਿਗਰੀ ਤੋਂ ਵੱਧ ਐਂਗਲ ਤੇ ਇਨਸੀਡੈਂਟ ਹੁੰਦੀ ਹੈ, ਤੇ ਟੋਟਲ ਇੰਟਰਨਲ ਰਿਫਲੈਕਸ਼ਨ ਉਹਦੀ ਹੋ ਹੀ ਜਾਂਦੀ ਹੈ, ਤੇ ਉਹ ਰੇ ਅੰਦਰ ਹੀ ਘੁੰਮਦੀ ਰਹਿੰਦੀ, ਬਾਹਰ ਹੀ ਨਹੀਂ ਜਾ ਸਕਦੀ।
ਬਾਰ ਤੇ ਰੇ ਤਾਂ ਜਾਏਗੀ ਜੇਕਰ ਉਹ ਐਂਗਲ ਕ੍ਰਿਟੀਕਲ ਤੋਂ ਘੱਟ ਹੋਏਗਾ। ਪਰ ਡਾਇਮੰਡ ਦੀ ਕਟਿੰਗ ਇਸ ਤਰ੍ਹਾਂ ਕਰਦੇ ਬੇਟਾ, ਉਹਦੀ ਫੇਸਿਸ ਇਸ ਤਰ੍ਹਾਂ ਕੱਟ ਕਰਦੇ ਆ ਕਿ ਜਿਹੜੀ ਵੀ ਰੇ ਅੰਦਰ ਹੋਈ, ਜਿੱਥੇ ਮਰਜ਼ੀ ਅੰਦਰ ਜਾ ਕੇ ਵੱਜੇ, ਜਿਹੜੇ ਮਰਜ਼ੀ ਸਾਈਡ ਤੇ ਵੱਜੇ, ਉਹਨੇ ਕ੍ਰਿਟੀਕਲ ਐਂਗਲ ਤੋਂ ਵੱਧ ਐਂਗਲ ਤੇ ਸਟ੍ਰਾਈਕ ਕਰਨਾ ਹੈ ਤੇ ਉਸ ਰੇ ਨੇ ਅੰਦਰ ਹੀ ਘੁੰਮਦੇ ਰਹਿਣਾ ਹੈ ਤੇ ਮਲਟੀਪਲ ਰਿਫਲੈਕਸ਼ਨ ਤੋਂ ਬਾਅਦ ਉਹਦੀ ਜਿਹੜੀ ਹੈ ਉਹ ਬ੍ਰਾਈਟਨੈਸ ਜਿਹੜੀ ਹੈ ਉਹ ਬਹੁਤ ਹੀ ਉਹ ਜ਼ਿਆਦਾ ਬੇਟਾ ਹੋ ਜਾਂਦੀ ਹੈ। ਆਈ ਥਿੰਕ ਕਿ ਤੁਹਾਨੂੰ ਬੇਟਾ ਇਹ ਦੋ ਐਗਜ਼ਾਮਪਲਸ ਜਿਹੜੀਆਂ ਨੇ ਟੋਟਲ ਇੰਟਰਨਲ ਰਿਫਲੈਕਸ਼ਨ ਦੀਆਂ ਤੁਹਾਨੂੰ ਬੇਟਾ ਕਲੀਅਰ ਹੋ ਗਈਆਂ। ਦੋ ਐਗਜ਼ਾਮਪਲਸ ਇਹਦੀਆਂ ਅਸੀਂ ਆਪਾਂ ਡਿਸਕਸ ਕਰਾਂਗੇ, ਉਹ ਮੈਂ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਉਹ ਡਿਸਕਸ ਕਰਾਂਗਾ। ਥੈਂਕ ਯੂ।